ਵਰ੍ਹਿਆਂ ਤੋਂ ਉਦਯੋਗ ਖੇਤਰ ਨੂੰ ਹੁਲਾਰਾ ਦੇ ਰਹੀ ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਨਾਲ ਜੋੜਦੇ ਹੋਏ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਦਿੱਤੇ 1,75,000 ਸਮਾਰਟਫੋਨ। 4 ਵਰ੍ਹਿਆਂ ਤੋਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਪੱਧਰ ਉੱਚਾ ਚੁੱਕ ਰਹੀ ਪੰਜਾਬ ਸਰਕਾਰ। ਪੰਜਾਬ ਸਰਕਾਰ ਦੇ 4 ਸਾਲ ਪੂਰੇ ਹੋਣ ਤੇ ਅੱਜ ਮੈਂ ਆਪ ਸਭ ਜੀ ਨੂੰ ਜੀ ਆਇਆਂ ਨੂੰ ਆਖਦੀ ਹਾਂ। ਇਹ ਬਹੁਤ ਹੀ ਖਾਸ ਪਲ ਨੇ ਜਦੋਂ ਨਰੋਏ ਪੰਜਾਬ ਦੀ ਅਗਵਾਈ ਕਰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨੇ 4 ਸਾਲ ਮੁਕੰਮਲ ਕਰ ਲਏ ਹਨ। ਪੰਜਾਬ ਸਰਕਾਰ ਵੱਲੋਂ ਬੀਤੇ 4 ਸਾਲਾਂ ਦੌਰਾਨ ਸੂਬੇ ਵਿੱਚ ਸਰਬਪੱਖੀ ਵਿਕਾਸ ਦੇ ਨਵੇਂ ਅਧਿਆਏ ਲਿਖੇ ਗਏ ਹਨ। ਉਹ ਭਾਵੇਂ ਕਿਸਾਨਾਂ ਦੀ ਕਰਜ਼ ਮੁਆਫੀ ਹੋਵੇ, ਨੌਜਵਾਨਾਂ ਲਈ ਰੁਜ਼ਗਾਰ ਹੋਵੇ, ਨਸ਼ਿਆਂ ਵਿਰੁੱਧ ਕਾਰਵਾਈ ਹੋਵੇ, ਸੂਬੇ ਵਿੱਚ ਨਿਵੇਸ਼ ਲਈ ਨਰੋਆ ਮਾਹੌਲ ਪੈਦਾ ਕਰਨ ਦੀ ਗੱਲ ਹੋਵੇ ਜਾਂ ਸੂਬੇ ਦੇ ਪਿੰਡਾਂ ਤੇ ਸ਼ਹਿਰਾਂ ਦੇ ਸਰਬਪੱਖੀ ਵਿਕਾਸ ਦੀ ਗੱਲ ਹੋਵੇ। ਸਮਾਰਟ ਸਕੂਲ, ਮਿਆਰੀ ਸਿੱਖਿਆ, ਬਿਹਤਰ ਸਿਹਤ ਸਹੂਲਤਾਂ, ਕੋਵਿਡ ਦੇ ਸਮੇਂ ਦੌਰਾਨ ਚੁੱਕੇ ਕਾਰਗਰ ਕਦਮ ਜਾਂ ਪੰਜਾਬ ਸਰਕਾਰ ਵੱਲੋਂ ਗਰੀਬਾਂ ਅਤੇ ਔਰਤਾਂ ਨੂੰ ਦਿੱਤੀਆਂ ਵਿਸ਼ੇਸ਼ ਸਹੂਲਤਾਂ ਹੋਣ, ਮੈਂ ਅਜਿਹੇ ਨਰੋਏ ਕਦਮ ਚੁੱਕਣ ਲਈ ਮੁੱਖ ਮੰਤਰੀ ਪੰਜਾਬ ਜੀ ਅਤੇ ਉਹਨਾਂ ਦੀ ਸਮੁੱਚੀ ਕੈਬਨਿਟ ਨੂੰ ਵਧਾਈ ਦਿੰਦੀ ਹਾਂ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ, ਸੀਐਮ ਸਾਹਿਬ ਜੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਜੀ, ਮੀਡੀਆ ਸਲਾਹਕਾਰ ਸ਼੍ਰੀ ਰਵੀਨ ਠੁਕਰਾਲ ਜੀ ਅਤੇ ਯੂਥ ਕਾਂਗਰਸ ਪ੍ਰਧਾਨ ਸ਼੍ਰੀ ਬਿਰਿੰਦਰ ਸਿੰਘ ਢਿੱਲੋਂ ਜੀ ਅੱਜ ਸਾਡੇ ਸਨਮੁਖ ਹਨ। ਮੈਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੀ ਹਾਂ। ਮੈਂ ਸਾਡੇ ਨਾਲ ਜੁੜੇ ਮੀਡੀਆ ਦੇ ਸਾਥੀਆਂ ਦਾ ਵੀ ਸਵਾਗਤ ਕਰਦੀ ਹਾਂ। ਸੂਬਾ ਸਰਕਾਰ ਦੇ ਵੱਖੋ-ਵੱਖ ਪ੍ਰੋਗਰਾਮ ਅਤੇ ਫੈਸਲੇ ਮੀਡੀਆ ਰਾਹੀਂ ਹੀ ਜਨ ਤੱਕ ਪਹੁੰਚਦੇ ਹਨ। ਹੁਣ ਮੈਂ ਮੀਡੀਆ ਐਡਵਾਈਜ਼ਰ ਸ਼੍ਰੀ ਰਵੀਨ ਠੁਕਰਾਲ ਜੀ ਨੂੰ ਬੇਨਤੀ ਕਰਦੀ ਕਿ ਉਹ ਕਾਨਫਰੰਸ ਕੰਡਕਟ ਕਰਾਉਣ ਦੀ ਖੇਚਲ ਕਰਨ। ਧੰਨਵਾਦ। ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦੀ ਹਾਂ ਕਿ ਉਹ ਆਪਣੇ 2 ਸ਼ਬਦ ਤੁਹਾਡੇ ਨਾਲ ਸਾਂਝੇ ਕਰਨ। ਸੀਐਮ ਸਾਹਿਬ। ਦੋਸਤੋ, ਪਹਿਲਾਂ ਤਾਂ ਧੰਨਵਾਦੀ ਹਾਂ समय ਕੱਢ ਕੇ ਅੱਜ ਉਰੇ ਆਏ ਸਾਡੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ। ਇਹ 4 ਸਾਲ ਹੋ ਗਏ ਨੇ ਸਾਡੇ, ਔਰ ਇਹ 4 ਸਾਲ ਦਾ ਜਿਹੜਾ ਕੁਛ ਪ੍ਰਾਪਤੀਆਂ ਕੀਤੀਆਂ ਨੇ ਉਹ ਮੈਂ ਤੁਹਾਡੇ ਕੋਲੇ ਕਿਤਾਬ ਪਹੁੰਚ ਗਈ ਹੈ, ਤੁਹਾਡੇ ਸੈਸ਼ਨਸ ਦੇ ਵਿੱਚ ਕੱਲੀ ਚੀਜ਼ ਇਹਦੇ ਵਿੱਚ ਕਿੰਨੀ ਅਸੀਂ ਪ੍ਰਾਪਤੀ ਕੀਤੀ, ਕੀ ਸਿਚੁਏਸ਼ਨ ਹੁੰਦਾ ਸੀ ਔਰ ਕੀ ਹੁਣ ਕਿੱਥੇ ਪਹੁੰਚੇ ਹੋਏ ਹਾਂ ਅਸੀਂ। ਇਹ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਦੈਟ ਇਹਦੇ ਬਾਵਜੂਦ ਕਿ ਕੋਵਿਡ ਹੋਇਆ, ਹੋਰ ਤਕਰੀਬਨ 1 ਸਾਲ ਹੀ ਸਾਡਾ ਉਸ ਕੰਮ 'ਚ ਹੀ ਪਿਆ ਰਿਹਾ। ਐਜ਼ ਉਹਦੇ ਕਾਰਨ ਇੰਡਸਟਰੀ ਡਾਊਨ ਹੋ ਗਈ, ਸਭ ਕੁਛ ਹੋ ਗਿਆ, ਫਿਰ ਵੀ ਪੰਜਾਬ ਦੀ ਇਕੋਨਮੀ ਹੈਜ਼ ਸਟਾਰਟਡ ਪਿਕਿੰਗ ਅਪ। ਔਰ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉੱਥੇ ਜਿਹੜੇ ਸਾਡੇ ਆਫ ਦ ਸਟੇਟ, ਵੈਦਰ ਇਟ ਇਜ਼ ਰੂਰਲ ਡਿਵੈਲਪਮੈਂਟ ਜਾਂ ਅਰਬਨ ਡਿਵੈਲਪਮੈਂਟ, ਉਹਦੇ ਵਿੱਚ ਅਸੀਂ ਕੋਈ ਘਾਟ ਨਹੀਂ ਆਉਣ ਦਿੱਤੀ। ਗੱਲ ਅੱਗੇ ਜਾ ਰਹੀ ਹੈ। ਲਿਕਰ ਫੋਰ ਇੰਸਟੈਂਸ, ਲਿਕਰ ਤਕਰੀਬਨ ਅਸੀਂ ਐਤਕੀ ਰਿਕਾਰਡ ਟਰਨ ਆਊਟ ਸਾਡੀ ਹੋਏਗੀ। ਜਦੋਂ ਅਕਾਲੀ ਦਲ ਗਿਆ ਉਦੋਂ 4400 ਕਰੋੜ ਦਾ ਰੈਵਨਿਊ ਸੀ। ਐਤਕੀ ਵੀ ਹੋਪ, ਟਾਰਗੇਟ ਸੀ ਸਾਡਾ 6000, ਬਟ ਵੀ ਹੋਪ ਟੂ ਗੋ ਟੂ 7200 ਲੀਟਰਸ। ਸੋ ਇਹ ਇੰਪਰੂਵਮੈਂਟ ਉੱਥੇ ਹੈ। ਸੈਂਡ ਦੇ ਵਿੱਚ ਅਸੀਂ ਪਹਿਲਾਂ 35 ਕਰੋੜ ਸੀ ਅਕਾਲੀਆਂ ਦਾ, ਅਸੀਂ ਐਤਕੀ 350 ਕਰੋੜ ਦੇ ਕਰੀਬ ਮਨੀ ਹੈਜ਼ ਬੀਨ ਰਿਕਵਰਡ। ਸੋ ਦੇਰ ਇਜ਼ ਐਵਰੀਵੇਅਰ। ਹੁਣ ਇੰਪਰੂਵਮੈਂਟ ਹੋਣ ਦੇ ਨਾਲ ਡਜ਼ਨਟ ਮੀਨ ਕਿ ਅਸੀਂ ਵਿੱਚੇ ਬਹਿ ਜਾਣਾ ਹੈ। ਅਸੀਂ ਇਹਨੂੰ ਫਰਦਰ ਇੰਪਰੂਵ ਕਰਨਾ ਚਾਹੁੰਦੇ ਹਾਂ ਐਂਡ ਕੁਝ ਕਦਮ ਅਸੀਂ ਚੱਕਾਂਗੇ। ਲੇਕਿਨ ਇਹ ਗੱਲਾਂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਕਿਸਾਨੀ ਦਾ ਜਿਹੜਾ ਮਸਲਾ ਹੈ ਉਹਦੇ ਬਾਰੇ ਕਰਨਾ ਚਾਹੁੰਦਾ। ਅਸੀਂ ਟੋਟਲੀ ਅਪੋਜ਼ਡ ਹੈ ਟੂ ਦੀਜ਼ 3 ਗਵਰਨਮੈਂਟ ਜਿਹੜੇ ਪਾਰਲੀਮੈਂਟ ਦੇ ਕਾਨੂੰਨ ਨੇ। ਉਦੋਂ ਹੀ ਅਸੀਂ ਅਸੈਂਬਲੀ ਸੱਦੀ ਸੀ, ਇਹਨਾਂ ਨੂੰ ਰੱਦ ਕੀਤਾ, ਔਰ ਰੱਦ ਕਰਨ ਤੋਂ ਬਾਅਦ ਅਸੀਂ ਆਪਣੇ ਕਾਨੂੰਨ ਉੱਥੇ ਲਿਆਏ ਜੋ ਅਸੀਂ ਸਮਝਦੇ ਹਾਂ ਆਪਣੇ ਕਿਸਾਨੀ ਵਾਸਤੇ ਠੀਕ ਸੀ। ਉਹਦੇ ਵਿੱਚ ਸਾਨੂੰ ਜਦੋਂ ਵਿਧਾਨ ਸਭਾ ਦੇ ਜਦੋਂ ਸਾਡੀ ਆਲ ਪਾਰਟੀ ਮੀਟਿੰਗਸ ਹੋਈਆਂ, ਡਿਫਰੈਂਸ ਆਫ ਅਕਾਲੀ ਦਲ ਵਾਕਆਊਟ ਕਰ ਗਿਆ ਸੀ, ਉਹਦੇ ਵਿੱਚ ਸ਼ਾਮਲ ਨਹੀਂ ਹੋਇਆ, ਆਮ ਆਦਮੀ ਸ਼ਾਮਲ ਹੋਈ। ਲੇਕਿਨ ਪਾਰਲੀਮੈਂਟ ਦੇ ਵਿੱਚ, ਅਸੈਂਬਲੀ ਦੇ ਵਿੱਚ
ਅਸੈਂਬਲੀ ਦੇ ਵਿੱਚ ਸਾਰਿਆਂ ਨੇ ਇਸ ਗੱਲ ਨੂੰ ਸਪੋਰਟ ਕੀਤਾ ਔਰ ਫਿਰ ਅਕਾਲੀ ਲੀਡਰਸ਼ਿਪ ਆਪ ਲੀਡਰਸ਼ਿਪ ਔਰ ਸਾਡੀ ਅਸੀਂ ਰਲ ਕੇ ਜਾ ਕੇ ਗਵਰਨਰ ਸਾਹਿਬ ਨੂੰ ਉਹ ਬਿੱਲ ਜੋ ਪਾਸ ਹੋਇਆ ਸੀ ਯੂਨੈਨਿਮਸਲੀ ਹਾਊਸ ਦੇ ਵਿੱਚ ਉਹ ਦੇ ਕੇ ਆਏ। ਫਿਰ ਉਸ ਤੋਂ ਬਾਅਦ ਅਕਾਲੀ ਦਲ ਔਰ ਆਪ ਫਿਰ ਖੇਡਾਂ ਖੇਡਣ ਲੱਗੇ ਸਿਆਸੀ, ਵਿਚ ਇਜ਼ ਅ ਗ੍ਰੇਟ ਟ੍ਰੈਜਡੀ। ਬਿਕੋਜ਼ ਮੈਂ ਤੁਹਾਨੂੰ ਦੱਸ ਦਿੰਦਾ, ਅਗਰ ਇਹ ਕਾਨੂੰਨ ਲਾਗੂ ਹੋ ਜਾਣ तो बिल्कुल तबाही आ जानी है किसानी दे विच। साडे लोग 75% साडे किसान गरीब ने एंड दे कैनॉट डू थिंग्स ऑन देयर ओन जिस तरीके नाल ये सरकार दिल्ली दे विच आउंदी है। एक सिस्टम चलिया साडा 67 तो थोड़ी ग्रीन रेवोल्यूशन आई है 1967 तो, लेकिन आड़तिया सिस्टम उस तो पहला क्यों एक सिस्टम नूं छेड़न दी तुसीं कर रहे हो? कित्थे जाणगे किसान जदों रात नूं उन्हां नूं पैसे किसी नूं लोड़ है वो जाके खटखटा सकता है अपने आड़तीए दे दुकान जाणगे दिल्ली किसी कॉर्पोरेट हाउस नूं उत्ते या बॉम्बे दे विच उत्थों लैके आउणगे। तो जिहड़ा रिश्ता तुसीं तोड़न दी कर रहे हो दिस इज़ नॉट एन इंप्रूवमेंट, ये तो नैगेटिव फैक्टर जा रहा है। सो मैनूं ये समझ नहीं आउंदी कि वाई गवर्नमेंट इज़ डूइंग दिस। एंड अज देखो किन्ने साडे किसान एक अज दी जो आंकड़े मेरे को आए ने 112 के करीब साडे इत्थे पूरे हो गए ने इस दौरान पंजाब दे, नॉट काउंटिंग बाकी स्टेटां दे जिहड़े पूरे होए ने, मैं पंजाब की गल कर रहा। 112 साडे पूरे हो गए ने। सो इट इज़ अ ग्रेट अनफॉर्चुनेट थिंग जो होया। जिथे ताईं होर मसले ने ड्रग्स के उपर, असी ड्रग्स के उपर बड़ियां प्राप्तियां कीतियां ने। थैंक यू। उस ओहदे विच वी हैव बीन एबल टू ब्रेक दी बैकबोन। और एक गल मैं स्पष्ट करना चाहता, पता नहीं बार बार मैं कहना, पता नहीं सुनते क्यों नहीं लोग। मैं जदों दमदमा साहब वाल गुटका साहब चक के कीता सी और सौं खाधी सी, मैं कहा सी मैं अज वायदा करदा कि इस नशियां दा लक तोड़ांगा। मैं नहीं कहा सी मैं कि मैं उड़ा दांगा उसनूं। हुण तुसीं उहदे नाल किते किते अखबार ये भी जोड़न लग गए कि उन्होंने ये भी वायदा किया सी कि लिकर खत्म होगी, ये भी वायदा किया सी फलानी चीज़ खत्म होगी। मैं कदे नहीं किया। मैं एक वायदा किया सी, वो दमदमा साहब गुटका साहब चक के रामपुरे फूल चों बोल रहा सी मैं, और मैं कहा सी कि इस नशा का लक मैं तोड़ांगा। प्लीज़ बी क्लीयर अपनी स्टेटमेंटा विच। नहीं आ जेड़े होर ने होर उन्होंने कम नहीं उत्थे जाके रौला पान लग जाते और गलत गल्लां उत्थे करन लग जाते हैं। सो ड्रग्स वी आर इन अ वेरी गुड सिचुएशन एट द मोमेंट। असी इहनूं होर स्ट्रेंथन कर रहे हैं। तुहानूं पता है कि वी हैव स्टार्टेड एन ऑपरेशन रेड रोज़ विच इज़ नाउ गोइंग थ्रू। और जेड़े जेड़े असी लोगों नूं इत्थे इलिसिट फैक्ट्री खन्ना, इलिसिट फैक्ट्री शंभू, हूच ट्रैजेडी, पट्टी बटाना, जिथे अरेस्ट एंड FIRs वगैरह सारिया ने, ये पूरा साडा कंप्लीट नहीं होया इन द सेंस कि FIRs हो गया लेकिन केसेस आर गोइंग ऑन एंड आई होप दैट दिस केसेस विल कम टू कंक्लूजन। तो जेडे बंदियां ने ये गल की है उन्होंने जो भी सज़ा कोर्ट देगी वो दे। अनफॉर्चुनेटली लीगल सिस्टम बड़ा स्लो है साडा उरे। देर इज़ हाउएवर सारिया दे नाम आ गए ने, ऑल हैव बीन चार्ज शीटेड एंड दिस इन ENA सप्लाई चेन अमृतसर, इलीगल बॉटलिंग प्लांट एट राजपुरा एंड होर केड़े केड़े जेड़े जेड़े भी हैं सारे कुछ है मेरे को। एंड दिस इशू इज़ गोइंग टू बी कंक्लूडेड। ये मेरा प्रॉमिस है थोड़े नाल दैट वी विल फिनिश दिस, ब्रेक दिस बैकबोन ऑफ दिस। बरगाड़ी का मसला, बरगाड़ी असी हुण सिरे चढ़ा दी है। लास्ट FIR these challans are being filed in Faridkot. Everything has been brought under control. Everyone has been charge sheeted. There is nobody who is not charge sheeted. I have the figures here. Investigation of Bargadi, Kotkapura firing case. There is FIR number so and so, FIR number so and so. On the recommendation of Justice Ranjit Singh Commission, Babel Clan firing case, police station Baja Khana, police station two FIRs there. इधर खोल देना, काट देना। थैंक यू। ये पीछे ये है कोटकपूरा फायरिंग केस 14 October वाला, OB 4 charge sheets have been filed. 7 persons have been charge sheeted including Umra Nangal, Charanjit Sharma, Mantar Barat, Gurdeep Singh,
Baljeet Singh Prem and Sumit Singh Saini and Paramjeet Singh Pannu. Stay then last and final challan is now been submitted on to Faridkot one of these days. ਤੇ ਕੋਟਕਪੂਰਾ ਫਾਇਰਿੰਗ ਕੇਸ 14 ਨਵੰਬਰ ਦਾ ਸਾਰੇ ਚਲਾਨ ਫਾਈਲ ਹੋ ਗਏ ਬਲਜੀਤ ਸਿੰਘ ਐਸਪੀ ਗੁਰਦੀਪ ਸਿੰਘ SHO ਐਂਡ ਚਾਰਜ ਸ਼ੀਟ ਨੰਬਰ ਆਫ 13th August ਵਗੈਰਾ ਅਨਫੋਰਚੂਨਟਲੀ ਇਹ CBI ਨੂੰ ਕੇਸ ਚਲਾ ਗਿਆ ਸੀ ਇਹਦੇ ਬਾਵਜੂਦ ਕਿ ਅਸੀਂ ਪੁੱਛਦੇ ਰਹੇ ਅੰਤ ਵਿੱਚ ਜਾ ਕੇ ਉਹਨਾਂ ਨੇ ਸਾਨੂੰ ਮੋੜਿਆ ਪਰ ਮੋੜਿਆ ਰੀਸੈਂਟਲੀ ਔਰ ਉਹ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਉਹਨੂੰ ਅਸੀਂ ਫੈਬਰਵਰੀ ਦੇ ਵਿੱਚ ਉਹ ਕੇਸ ਉਹਨਾਂ ਨੂੰ ਮਿਲ ਗਿਆ ਜੋ CBI ਤੋਂ ਵਾਪਸ ਹੋਇਆ so that we can proceed on that matter also. So ਇਹ basically ਗੱਲਾਂ ਸੀ ਮੇਰੇ ਵੱਲੋਂ sorry ਹੁਣ ਦੋ ਗੱਲਾਂ ਨੇ which I think you should know for a fact. I'll before ਤੁਸੀਂ ਕੋਈ ਮੈਨੂੰ ਸਵਾਲ ਕਰੋ ਇੱਕ ਤਾਂ ਕੋਵਿਡ ਦਾ ਮਸਲਾ COVID is in a very dangerous situation again. ਕੱਲ੍ਹ ਮੇਰੀ ਕਾਨਫਰੰਸ ਹੋਈ ਸੀਗੀ ਵੀਡੀਓ ਕਾਨਫਰੰਸਿੰਗ ਸਾਡੇ 7 ਚੀਫ ਮਿਨਿਸਟਰ ਸੇ ਅਸੀਂ ਵਿਦ ਪ੍ਰਾਈਮ ਮਿਨਿਸਟਰ ਔਰ ਉਹਨਾਂ ਨੇ ਉਹ ਕੁਛ ਸਾਨੂੰ suggestions ਭੇਜਣਗੇ nevertheless Punjab is going to take action because ਮੇਰੇ ਅੱਜ ਦੇ ਫਿਗਰਸ ਨੇ ਜੋ ਕੱਲ੍ਹ ਸ਼ਾਮ ਤੱਕ 39 people have got new COVID and 35 ਸਾਡੀਆਂ ਮੌਤਾਂ ਹੋਈਆਂ ਨੇ ਪਰਸੋਂ ਹੋਈਆਂ ਸੀ 34 ਮੌਤਾਂ ਚੌਥੇ ਹੋਈਆਂ ਸੀ 40 ਮੌਤਾਂ ਇਹ ਸਾਡਾ ਵਾਸਤੇ ਬਹੁਤ ਕ੍ਰਿਟੀਕਲ ਸਿਚੁਏਸ਼ਨ ਹੈ ਐਂਡ ਆਈ ਐਮ ਗੋਇੰਗ ਟੂ ਬੀ ਵੈਰੀ ਟਫ on this. I know ਕਈਆਂ ਨੂੰ ਪਸੰਦ ਨਹੀਂ ਆਉਣਾ but that is my duty and I will do it. Now today I will announce one thing and the rest ਅਗਲੇ 2 ਦਿਨਾਂ 'ਚ we are meeting with our COVID team including Dr. Talwar and ਉਹਨਾਂ ਸਾਡੇ ਵਾਈਸ ਚਾਂਸਲਰ ਨੇ ਫਰੀਦਕੋਟ ਤੇ and then also Dr. Rajkumar ਜੋ ਸਾਡੇ community medicine ਦੇ ਨੇ from PGI and we will chalk out a full program but to start with I think today we will enforce curfew from 9 o'clock, not 11 o'clock. I am going to start that today, and the rest of the things within a day or so I will make these announcements. ਇਹ ਸਾਨੂੰ ਕਰਨਾ ਪਊ ਸਾਨੂੰ restrict ਕਰਨੇ ਪੈਣਗੇ. We will have to cut down on movement. I have seen a newspaper report that the Chief Minister of Himachal wants me to restrict religious activity which is people going to Himachal. I do not know what I've only seen a newspaper report mere kol hale ਉਹਨਾਂ ਦੀ ਚਿੱਠੀ ਨਹੀਂ ਆਈ ਜਦ ਆਊਗੀ I will talk to them. I am not in favor of restricting religious movement. This is everyone's right ਸਾਰਿਆਂ ਦੀ right ਹੈ ਕਿ ਆਪਣੇ ਧਾਰਮਿਕ ਜਨਾਂ ਦੇ ਕਿਸੇ ਨੇ ਜਾਣਾ ਹੋਏ any of our pilgrimage places have the right to go there. ਲੇਕਿਨ how we can control it, what we can do after the Chief Minister's letter arrives, then I'll say it. I'm saying it isliye kyunki tusi mainu akhbaaran ch jaaya so there may be a question on it so I'll say but I'm sure he is as concerned about it as we are and our other states also. So main dasunga after we finish this meeting on COVID which will be held today or tomorrow. Curfew is totally Punjab. Let me tell you, the situation is going bad. No, we are not going to do it in all. We are going to do it in 7 districts first. मैं थोड़ा दस दिन curfew तो लगे हुआ है from 11 o'clock. I am bringing it down. Ludhiana has had 200. Can I just take this? What have I done with my annex? I haven't got my annex. ਲੁਧਿਆਣੇ ਦੇ 233 ਕੇਸ ਨੇ ਜਲੰਧਰ ਦੇ 277 ਕੇਸ ਨੇ ਕੱਲ੍ਹ ਦੇ ਪਟਿਆਲੇ ਦੇ 203 ਨੇ ਮੋਹਾਲੀ ਦੇ 222 ਨੇ ਅੰਮ੍ਰਿਤਸਰ ਦੇ 178 ਗੁਰਦਾਸਪੁਰ ਦਾ 112 ਹੁਸ਼ਿਆਰਪੁਰ ਦੇ 191 ਐਂਡ ਕਪੂਰਥਲਾ 157 ਐਂਡ ਰੋਪੜ 113 ਇਹ ਨੇ ਸਟੇਟ ਦੀ ਡਿਸਟ੍ਰਿਕਟਸ ਵਿਚ ਆਰ ਓਵਰ 100 ਬਾਕੀ ਤਾਂ ਘੱਟ ਨੇ ਜੈਸੇ ਹੁਣ ਫਰਜ਼ ਕਰੋ ਮੋਗਾ 20 ਹੈ ਫਤਿਹਗੜ੍ਹ ਸਾਹਿਬ 40 ਨੇ ਕਿਤੇ 33 ਹੈ ਕਿਤੇ 20 ਸੋ ਅਨਲੈਸ ਦਿਸ ਰਾਈਜ਼ਿਸ ਆਈ ਹੋਪ ਪੀਪਲ ਅੰਡਰਸਟੈਂਡ ਕਿ ਮਾਸਕ ਪਾਉਣਾ ਪਊ ਹੱਥ ਧੋਣੇ ਪੈਣਗੇ ਫॉर गॉड ਸੇਕ ਤੁਸੀਂ ਆਪਣੇ ਪੰਜਾਬੀਆਂ ਦੀ ਜਾਨਾਂ ਬਚਾਈਏ ਐਂਡ ਆਈ ਟਿਲ ਸੱਚ ਟਾਈਮ ਇਹ ਜਿਹੜੇ 7 ਡਿਸਟ੍ਰਿਕਟ ਨੇ देयर आई एम ब्रिंगिंग फॉरवर्ड कर्फ्यू फ्रॉम 9 o'clock एक तो ये है आई कम टू यू जब तुम सवाल पूछने मैंने पूछ लेना जी मैं बस दूजी गल करनी सी
ਉਹ ਹੈ ਕੋਵਿਡ ਤੋਂ ਇਲਾਵਾ ਇਜ਼ ਨੈਸ਼ਨਲ ਸਿਕਿਉਰਿਟੀ। ਤੁਸੀਂ ਕਈ ਵਾਰ ਮੈਨੂੰ ਪੁੱਛਦੇ ਆ, ਅਖਬਾਰਾਂ ਰਾਹੀਂ ਵੀ ਪੁੱਛਦੇ ਹੋ ਕਿ ਵਾਟ ਇਜ਼ ਹੈਪਨ ਅਬਾਊਟ ਨੈਸ਼ਨਲ ਸਿਕਿਉਰਿਟੀ। ਤੁਸੀਂ ਨੈਸ਼ਨਲ ਸਿਕਿਉਰਿਟੀ ਦਾ ਜ਼ਿਕਰ ਕਰੀ ਜਾਂਦੇ ਹੋ, ਐਂਡ what do you mean by this? I mean national security. I mean when somebody breaches my borders, it's breaching the borders of my country. We have since October, jab to ek kisan andolan chale, there has been a perceptible increase in the number of drones. Hun drone pehla ta hunde se tunneling karke nikalde se, taran de thalle nikalde se, fir nadiyan de paar karde se, hun drone system chal paya, and we have had a number of drones which have come into us, which we have caught. Each drone is carrying 5 pistols with 2 magazines of 10 rounds each. It is carrying grenades, it is carrying heroin, it is carrying counterfeit Indian money to compromise our economy. And more than that is weapons. I do not know, but we have received, in terms of weapons, since we have received 1900 weapons which we have caught, 11,000 rounds of ammunition which we have caught, number of hand grenades which we have caught. What we have not caught is my problem. Oh, gaye kithe ne? And that is what is worrying me. And that is why when I talk of national security, that is what I talk about. Is vele, these Khalistani cells which are existing here are dormant. Lekin they are being fed with this weaponry, ताकि they can increase their activity. And I promise you one thing, as long as I am here, no Khalistani, no any Pakistani of any type of terrorist activity will go here. I will deal with them so strongly, and if they think away with it, as long as I am here, nobody is going to get away with it. I can promise you this. I'll break that backbone of that movement. But Pakistan is not going to stop. Pakistan has its own objectives, or the objectives very clearly. They've got us engaged. They want us to be engaged in Punjab so that they are free to act in elsewhere. I'm sure Government of India and our Indian Army and all are well aware of it. But for me, I have a 600-kilometer long border, right from Jammu right down to Fazilka, and I'm damned if I'm going to let any of these fellows make a mess in my area. So that is one of my state things. And the other thing which I want to say, which I will end with my side, and then you can say what you ask me, what you wish. I want to assure Punjab that I will leave no stone unturned to fulfill every promise that the Congress party has made to the people of Punjab when we started this government. And I will go back to them early next year to seek their blessings once more. So I will finish everything that I've done, and on this finishing process, let me tell you one thing. We have today completed 85% of our manifesto. This is a record for India. The last time somebody crossed 80 was 81%, which was done by Chandrababu Naidu when he was Chief Minister of Andhra Pradesh. After that, we have now completed 85%, and we will complete our promises, and only then I will go to the people. Hundar Sudi, pucho. Anything? Please. यार एक मिनट, we'll go by alphabetically, organization के नाम से जाएंगे क्योंकि काफ़ी लोग हैं, और मैं रिक्वेस्ट करूंगा कि एक ऑर्गेनाइजेशन से एक जना ही सवाल पूछे. So we will start with आज तक. हाँ जी. नहीं आ रही जी. आवाज नहीं आ रही थी. हेलो Now it is. कैप्टन साहब, जब आपने इलेक्शन कैंपेनिंग शुरू करी थी, हमें याद है सेक्टर 42 के स्टेडियम में आपने कहा था कि पैसे की कमी पंजाब में किसी कीमत पर नहीं होने दी जाएगी, और हम अरेंजमेंट्स करेंगे कि स्टेट रेवेन्यू जनरेट करेगा और उससे किसानों के कर्जे माफ़ी करेंगे. और जो वादा था आपका कर्जे कुड़की माफ़, क्या आप समझते हैं कि वो पूरा हो पाया? क्योंकि सबसे अहम आज के टाइम है, क्योंकि
किसान कहीं ना कहीं परेशान है और इसी वजह से आज वो कहीं ना कहीं दिल्ली और हरियाणा में लगातार प्रोटेस्ट कर रहे हैं। मेरी फिगर्स आई थिंक आप जानते हो कि वी हैव स्पेंट नियरली 4,700 करोड़ ऑन कर्जा माफ़ी, और हमने लिमिट किया है इसको अप टू अ सर्टन एरिया दैट इज़ 7 एकर्स ऑफ लैंड, जो उसके छोटे छोटे किसान हैं, और उनको हम ये दे। अगर मेरे पास पैसे होते, देखिए जब ये बना था हमारी, नोबडी न्यू कि कोविड वाज गोइंग टू कम। कोविड ने 1,000 करोड़ से ज़्यादा हमारा पैसा ले लिया, एंड दैट्स ओनली स्टार्टिंग नाउ। वी आर गोइंग टू स्टार्ट मोर मनी नाउ वी रिक्वायर, सो वी हैव गॉन थ्रू दैट, नंबर 1। नंबर 2, पंजाब रेवेन्यू, बिकॉज इंडस्ट्रीज जैसे पे अपना लुधियाना है, there are 2,34,000 industrial houses. By the time COVID, we had done a shutdown, we had 0 industry working. 234, all 234 were shut down. मैंने ट्रेनें की, सारी लेबर को यूपी भेजा, जो कुछ भेजा to help them out. But end result was that Punjab industry went down. When the industry went down, there was no money. And so you have to take into account. So yes, we had said we will cover the entire cost, but it is within our resources, जितने ਅਸੀਂ दे सकते हैं। तो अभी तक तो हमने किए हैं up to 750 people. I think it's in terms of numbers. I have the figures also. They are somewhere here. In terms of numbers, just see. So that is it at the moment. For the moment, let us hope that the revenue increases. It is increasing. As I told you, industry is also picking up. Liquor has picked up. Sand has picked up. Everything is picked up. As and when I get more money, I will give it to the farmers. Next people we are giving it to is the farm laborers. वो अभी रह गए थे, पहले उनको देंगे, और फिर then we will see जितनी availability है to cover other people in the agriculture sector. है जी? 1,700 crores. We have provided 1,700 crores. This is 4,700 for 5.6. Yeah, here it is. We have given books, all these. बट मैं कह देता हूँ कि हमने 4624 करोड़ दिए हैं एज डेट रिलीफ टू 5,64,000, 5,64,000 लाख फार्मर्स को हमने ये डेट रिलीफ किया। एनीथिंग एल्स? एबीपी न्यूज़। सुन नहीं रहा। Well, I can tell you that I hope that the experts are wrong, but the figures that the way they're growing, it's not a good figure. I have 2,000 something today, and then what is more disturbing is I've got 283 people on high dependency unit, which is oxygen, and I've got 27% on ventilators, 27 people on ventilators. So my fear is there. One thing I will ask all of Punjabis to do, please. The moment you get some sort of a feeling, body ache, throat little cold, or throat problem, or something sore throat, please go to the doctor. साडा ये प्रॉब्लम हो रही है ना, पंजाबियों की साडी आदत है कि ज़्यादा ताईं अखीरला दम नहीं रहिंदा, भजाउंदे नहीं डॉक्टर कोल कि ठीक हो जाएंगे, मौसम बदल गई जी, फलाना हो गया, टिमका हो गया, and end result is we end up in the hospitals too late. Now I have got 83 people today on oxygen, on high dependency unit. Why? Had they come earlier, ਜਦੋਂ ਉਹਨਾਂ ਨੇ ਸ਼ੁਰੂਆਤ ਹੀ ਹੋਈ ਸੀ, ਉਹਨਾਂ ਨੂੰ ਕੋਈ ਇਹਦੀ ਜਾਣ ਦੀ ਲੋੜ ਹੀ ਨਹੀਂ ਸੀ, ਇਹਨਾਂ ਨੇ ਘਰ ਤੇ ਹੀ ਇੱਥੇ they were given them paracetamol or something, और ਉੱਥੇ ਠੀਕ ਹੋ ਜਾਣਾ ਸੀ। ਤਾਂ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਪਲੀਜ਼ ਜਦੋਂ ਤੁਹਾਨੂੰ ਕੋਈ ਗੱਲ ਇੱਥੇ ਮਹਿਸੂਸ ਹੁੰਦੀ ਹੈ ਕਿ ਮੈਂ ਠੀਕ ਨਹੀਂ ਅੱਜ ਮੇਰੀ ਤਬੀਅਤ, go to your doctor, get your COVID test. ਅਸੀਂ 30,000 ਟੈਸਟ ਡੇਲੀ ਕਰ ਰਹੇ ਹਾਂ। Go to your center where testing is done
and please do this, because जैसे तुसी आज मैंने कहा है कि we will reach 3,000, I hope not. I've got my fingers crossed, but to prevent it happening, I will take action. And we are meeting with our team, I think tomorrow or today, later this evening, and we will make announcements of stringent measures. I'm not going to be easy. Now here, look at this. I have got action being taken by the police on various people who are violating this territory. Today I've had 2,200 people challan, nobody cares. Every day it's 2,000, 1,500, 1,600, 1,700 challans in the bichona, and nobody cares. So this is somewhere here. No, it's not this. One of these things. Anyway, that is the thing that I agree with you 100%. I'm very concerned about this, and we will take whatever. चाहे लोगों को पसंद होए, we will restrict movement, we will restrict gatherings, we will do everything in our powers to ensure that this disease does not spread. It is not restricted to anyone today. I've even requested the Prime Minister that 30% of my cases in Punjab are of children under the age, and people under the age of 50. For God's sake, allow us to give them injections. Let us allow the judiciary to get injections so that courts can start functioning. Let us allow bus conductors, let us conduct anybody who has a public dealing, allow us to give them. I hope they will permit it. Ajit. Virender, the reports here, but Virender. हेलो, मैं हरकमलजीत सिंह हाँ जी, अजीत तो कमल जी, हाँ जी सर। एक थोड़ा जिहा पोलिटिकल सवाल पुछना चाहना। ਤੁਹਾਨੂੰ ਕੱਲ ਨਵਜੋਤ ਸਿੰਘ ਸਿੱਧੂ ਮਿਲੇ ਸੀ, ਮੇਰੇ ਖਿਆਲ 'ਚ ਤੁਹਾਡੇ ਨਾਲ ਕਈ ਵਾਰੀ ਉਹ ਖਾਣਾ ਵੀ ਖਾ ਗਏ ਨੇ, ਚਾਹ ਵੀ ਪੀ ਗਏ ਨੇ, ਪਰ ਸਾਨੂੰ ਪੱਤਰਕਾਰਾਂ ਨੂੰ ਇਹ ਲੱਗ ਰਿਹਾ ਵੀ ਕੋਈ ਉਹਦਾ ਨਤੀਜਾ ਨਹੀਂ ਨਿਕਲ ਰਿਹਾ। ਜਿਹੜਾ ਇੱਕ ਇਹ ਚਰਚਾ ਹੈ ਕਿ ਉਹਨਾਂ ਨੂੰ ਤੁਸੀਂ ਪੋਲੀਟੀਕਲੀ ਬਹਾਲ ਕਰਨਾ ਹੈ, ਉਹ ਬਹਾਲੀ ਸ਼ਾਇਦ ਡਿਲੇ ਹੋ ਰਿਹਾ ਉਹਦੇ ਵਿੱਚ ਜਾਂ ਲੇਟ ਹੋ ਰਹੀ ਹੈ, ਉਹਦਾ ਕੀ ਕਾਰਨ ਹੈਗਾ? Look, it is a person. As far as ਅਸੀਂ concerned, everyone wants Navjot to be part of our team. He is very much ਸਾਡਾ ਹਿੱਸਾ ਹੈ। ਔਰ ਜਿੱਥੇ ਤੱਕ ਮੇਰਾ ਪਰਸਨਲ ਗੱਲ ਹੈ, I have known him since the age of 2. And ਜਦੋਂ ਸਰ ਭਗਵੰਤ ਸਿੰਘ ਸਾਡੇ ਪਟਿਆਲਾ, ਇਨਫੈਕਟ ਮੇਰੇ DCC ਪ੍ਰੈਜ਼ੀਡੈਂਟ ਸੇ ਜਦੋਂ ਮੈਂ ਪੋਲੀਟਿਕਸ 'ਚ ਆਇਆ, ਔਰ ਉਹਨਾਂ ਨੇ ਮੈਨੂੰ ਗਾਈਡ ਕੀਤਾ ਸੀ ਮੇਰੀ ਪਹਿਲੀ ਇਲੈਕਸ਼ਨ 'ਚ। ਤਾਂ ਮੇਰਾ ਤਾਂ ਇਹਨਾਂ ਦੇ ਫਾਦਰ ਨਾਲ, ਇਹਨਾਂ ਦੀ ਫੈਮਿਲੀ ਨਾਲ ਬਹੁਤ ਸਾਡੇ ਰਹੇ ਨੇ। Now he is at the moment we had a very cordial meeting. Unfortunately, lunch नहीं हो सकिया because lunch कुछ होर मैंने जाना पिया सी, but आए मेरे नाल चाह पीती, काफ़ी देर उत्थे रहे, बड़ी प्यार नाल गल्लां होईयां, and I am sure साडे नाल थोड़ा time मंगदे ने, let him have his time, and then he will come back to us. I'm sure he will be part of our team. Amar Ujala. Yeah, here it is. Here now I'll guess somebody, this was asking, I think, who asked me before, just before? ABC. Now just for your information, yesterday we had people challan 2,114 for not wearing masks, 137 for spitting, and three people for non-compliance of social distancing. At the moment, social distancing is not that, we haven't announced it, but we will announce it, and we will announce also the number of people that can come into a gathering. Anji. Amar Ujala. सर एक होर पोलिटिकल क्वेश्चन है, मुख्तार अंसारी कांग्रेस यूपी और पंजाब ਦੇ ਵਿੱਚ ਇੱਕ ਨਵੀਂ ਖਿੱਚਤਾਨ ਸ਼ੁਰੂ ਹੋ ਗਈ। Please ਨੇੜੇ ਰੱਖ ਲਓ ਜੀ ਆਵਾਜ਼। ਸਰ ਮੁਖਤਾਰ ਅੰਸਾਰੀ ਨੂੰ ਲੈ ਕੇ ਪੰਜਾਬ ਔਰ यूपी ਦੋਨਾਂ 'ਚ ਇੱਕ ਖਿੱਚਤਾਨ ਵੀ ਹੈ, ਔਰ ਕਾਂਗਰਸ ਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗਣੇ ਸ਼ੁਰੂ ਹੋਏ। ਇਸ ਤੇ ਕੀ ਸਥਿਤੀ ਬਣੇਗੀ? ਦੇਖੋ ਮੈਨੂੰ, firstly this is sub judice matter, I cannot comment on it. Number two, if he has committed any crime in Punjab, he will have to face the consequences in Punjab. And ਉਸ ਤੋਂ ਬਾਅਦ ਇੱਕ ਵਾਰ consequences courts ਆਪਣਾ ਫੈਸਲਾ ਕਰ ਲੈਣ, ਫਿਰ ਜਿੱਥੇ ਮਰਜ਼ੀ ਲੈ ਜਾਣਾ ਲੈ ਜਾਣ। Nobody is looking after anybody here, and this is a wrong perception ਜਿਹੜੀ ਜਾ ਰਹੀ ਹੈ। If he has committed a crime in Punjab, he has to pay for that crime in Punjab. ANI. Oh, ਹਾਂਜੀ।
Hello. Sir, as you mentioned about the increasing number of COVID cases, what restrictions to be followed by the people now? As we know, the COVID cases rapidly increase in the some of district of Punjab, sir. समझा नहीं की मैं रिस्ट्रिक्शन थोड़े ते अनाउंस कर सके कोई चीज़ मैं कीती है कि वी विल ब्रिंग फॉरवर्ड ऑन इन 7 डिस्ट्रिक्ट्स दी ਜਿਹੜਾ ਸ਼ਾਮ ਨੂੰ ਅਸੀਂ ਉਹ लॉकडाउन करना है कर्फ्यू करना है बट ਜਿਹੜੇ ਬਾਕੀ ਨੇ देखो मेरी टीम is headed by Dr. Talwar who is director of PGI. He has with him Dr. Raj Bahadur who is a vice chancellor of the medical university, and he has Dr. Raj Kumar who has retired as the head of the department of community medicine from PGI. ये चार ने मेरी medical team. Now they are every day meeting in the evening at 7:30, but they are going to meet with me and my officers either this evening or tomorrow morning, and we will take the advice from them, and जो suggest कर देने we will do that. Sir, and I can assure you कि मैं करूँगा बड़ी सख्त तरीके नाल, because ये सख्ती चलेगी, इस छोड़ नहीं चलना, and मैं आस करदा कि सारे पंजाबी साडे नाल कोऑपरेट करन इहदे विच, क्योंकि ये साडे पंजाबियां दे जाना दा सवाल है, पान खतरा है लोगों नूं, and मैं नहीं चाहता कि होर नुकसान साडे पंजाबियां दा होवे. Sir, about the district, is it 7 or it's a 9 imposing of curfew, sir? How many districts I've just given you? I just told you that I think we are doing 7 districts from today. जिन्ना दा 100 तो ऊपर हो गया, किन्ने ने? 2 3 4 5 6 7 7 8 और 9 districts. जिन्हों ने 100 केसेस पर डे जिन्हें तो होने लग गया. ANB न्यूज़ जगतार. सर मेरा सवाल है कि तुसी बेअदबी कांड का जिक्र कीतागा और कई पुलिस अफसरां दे नाम का भी खुलासा किया. उस दे विच की साबका मुख्यमंत्री का That is for investigation to prove. I can't say anything. ਜਦੋਂ इन्वेस्टिगेशन होनी है, इन्वेस्टिगेशन चल रही है, और मिस्टर कंवर विजय प्रताप इज डूइंग दिस इन्वेस्टिगेशन. अगर उन्होंने लगता है कि कोई सीनियर पुलिस ऑफिसर, मेरा ख्याल उसका बयान आया परसों कि आई विल बी डूइंग अ चलान अगेंस्ट सीनियर पुलिस ऑफिसर्स एंड सीनियर पॉलिटिशियंस. केड़े ने, आई डोंट इंटरफेयर इन दैट इज हिज जॉब, लेट हिम डू हिज जॉब. एंड इफ ही फील्स दैट एनी सीनियर पॉलिटिशियन या कोई भी सीनियर पॉलिटिशियन या कोई भी सीनियर पुलिस ऑफिसर इन्वॉल्व है, वो आप ही चलान करूँगा उन्होंने खिलाफ. बलजीत बल्ली बाबूशाही. कैप्टन साहब दो सवाल है मेरे. सत श्री अकाल जी. एक पहला सवाल कि ओवर सेंट्रलाइजेशन हो रही है, सेंट्रल गवर्नमेंट सारा कुछ ही अपने कब्जे करी जा रही है, तो जो कुछ हो रहा है पोलिटिकल फॉल आउट की होएगा स्टेट्स से, कि स्टेट्स सारियां डिपेंडेंट हो रही हैं, निर्भर हो रही हैं, और सेंटर वाली झाकना पैंदा सारा. ਇਹਦਾ ਪੋਲੀਟੀਕਲ ਫਾਲ ਆਊਟ ਕੀ ਹੋਏਗਾ? ਇੱਕ ਮੇਰਾ ਸਵਾਲ ਇਹ ਹੈ. Well, I agree with you. This total centralization ਦੇ ਮੈਂ ਬਿਲਕੁਲ ਖਿਲਾਫ ਹੈ. ਫੈਡਰਲ ਸਟਰਕਚਰ ਦਾ ਤਾਂ ਸਾਡਾ ਬਿਲਕੁਲ ਹੀ ਤੁਸੀਂ ਧੱਜੀ ਉਡਾ ਰਹੇ ਹੋ. Where is the federal structure left? Federal structure under the constitution, you had one portion which was the powers, the center ਦੇ ਪਾਵਰ से, और एक हिस्सा ਹੁੰਦਾ ਸੀਗਾ state ਦੇ powers under section 67 I think it was. And ਉਹਦੇ ਵਿੱਚ ਤੁਸੀਂ ਕਰਕੇ ਤਾਂ ਦਿਨ ਪਰ ਦਿਨ ਤੁਸੀਂ ਖਿੱਚੀ ਜਾ ਰਹੇ ਹੋ ਆਪਣੇ ਪਾਵਰ. ਸਾਡੇ ਕੋਲ ਕੀ ਛੱਡਤਾ ਤੁਸੀਂ? ਇਹ ਮੈਨੂੰ ਹੁਣ ਦੇਖੋ, ਐਗਰੀਕਲਚਰ ਇਟ ਇਜ਼ ਅ ਸਟੇਟ ਸਬਜੈਕਟ. ਇਹਨਾਂ ਨੂੰ ਕੀ ਅਧਿਕਾਰ ਸੀ ਕਿ ਬਗੈਰ ਸਟੇਟਾਂ ਨੂੰ ਪੁੱਛੇ ਤੁਸੀਂ ਕਰੇ? ਅੱਛਾ, ਇਹ ਦਿਸ ਆਈ ਵਾਂਟ ਟੂ ਕਮ ਔਨ ਦਿਸ ਇਸ਼ੂ. ਇੱਕ ਚੀਜ਼ ਆਈ ਜਾਂਦੀ ਹੈ ਬਾਰ-ਬਾਰ ਕਿ ਅਮਰਿੰਦਰ ਸਿੰਘ ਉੱਥੇ ਜਾ ਕੇ ਇਹਦਾ ਹਿੱਸਾ ਬਣਿਆ. ਪਲੀਜ਼ ਮੇਕ ਇਟ ਕਲੀਅਰ. ਸਾਰਿਆਂ ਨੂੰ ਮੈਂ ਕਹਿਣਾ ਚਾਹੁੰਦਾ, ਸਾਨੂੰ ਜਦੋਂ ਇਹ ਅਨਾਊਂਸ ਕੀਤੀ ਸੀ, ਪ੍ਰਾਈਮ ਮਿਨਿਸਟਰ ਨੇ ਇੱਕ ਕਮੇਟੀ ਹੈਡਡ ਬਾਈ ਦੈਟ ਚੀਫ ਮਿਨਿਸਟਰ ਆਫ ਮਹਾਰਾਸ਼ਟਰ, ਪੰਜਾਬ ਉਹਦਾ ਮੈਂਬਰ ਨਹੀਂ ਸੀ, ਔਰ ਪੰਜਾਬ ਦੇ ਰਿਹਾ 40% ਟੂ ਦ ਫੂਡ ਪੂਲ. ਮੈਂ ਚਿੱਠੀ ਲਿਖੀ ਪ੍ਰਾਈਮ ਮਿਨਿਸਟਰ ਨੂੰ ਕਿ ਹਾਊ ਕੈਨ ਯੂ ਟੇਕ ਡਿਸੀਜਨਸ ਜਿੱਥੇ ਇੱਕ ਸਟੇਟ 40% ਦੇ ਰਿਹਾ ਔਰ ਤੁਸੀਂ ਉਸ ਨੂੰ ਇਨਕਲੂਡ ਨਹੀਂ ਕਰ ਰਹੇ. ਉਹਨਾਂ ਨੇ ਫਿਰ ਸਾਨੂੰ ਇਨਕਲੂਡ ਕਰਤਾ. ਉਦੋਂ ਤਾਈਂ ਆਪਣੀ ਪਹਿਲੀ ਮੀਟਿੰਗ ਇਹਨਾਂ ਦੀ ਹੋ ਚੁੱਕੀ ਸੀ, and they had taken a policy decision. फिर सेकंड मीटिंग हुई ऑन सम फाइनेंशियल मैटर.
ਜਿੱਥੇ ਬੰਬੇ ਦੇ ਵਿੱਚ ਹੋਈ ਸੀ, ਐਂਡ ਆਈ ਸੈਂਟ ਆਰ ਫਾਈਨੈਂਸ ਮਿਨਿਸਟਰ ਟੂ ਅਟੈਂਡ दैट। तीसरी मीटिंग हुई सी कान सिंह पन्नू सैक्रटरी एग्रीकल्चर, ਉਹਨੂੰ ਸਿਰਫ ਇਹ ਕਿਹਾ ਗਿਆ गवर्नमेंट हैज़ टेकन द डिसीजन, कन्वे टू योर गवर्नमेंट। Where did Amarinder Singh go into this? Where did Amarinder Singh be part of this whole process? ਇਹ ਤਾਂ ਸਿਰਫ ਮੇਰੇ ਕਹਿਣ ਤੇ ਉਹਨਾਂ ਨੇ ਪੰਜਾਬ ਨੂੰ ਇਨਕਲੂਡ ਕੀਤਾ ਇਹਦੇ 'ਚ। ਕੈਪਟਨ ਸਾਹਿਬ, ਦੂਜਾ ਥੋੜਾ ਜਿਹਾ ਲਾਈਟਰ, ਥੋੜਾ ਜਿਹਾ ਲਾਇਕ ਕਿ ਤੁਸੀਂ ਬੜਾ ਆਪਣੇ ਆਪ ਨੂੰ ਫਿੱਟ ਰੱਖ ਰਹੇ ਹੋ ਅੱਜ ਕੱਲ੍ਹ, ਤੇ ਤਿਆਰੀ ਕਰ ਰਹੇ ਹੋ, ਸਰੀਰ ਤਾਂ ਫਿੱਟ ਲੱਗ ਰਿਹਾ ਥੋੜਾ ਪਹਿਲੇ ਨਾਲੋਂ, ਤੇ ਸੁਣਿਆ ਵੇਟ ਵੀ ਘਟਾ ਲਿਆ ਤੁਸੀਂ, ਉਹ ਸਾਨੂੰ ਵੀ ਗੁਰ ਦੱਸ ਦਿਓ ਉਹਦਾ। 15 ਕਿਲੋ ਹਾਂਜੀ 25 ਜੁਲਾਈ ਤੋਂ ਸ਼ੁਰੂ ਕੀਤਾ ਹੈ, the guidance of a very good dietitian from Delhi, और ਹੁਣ देख लो 7 महीने हो गए 15 किलो घट गया। पर तुम मेरे ते निगाह क्यों रख रहे हो? मैं तो 10 किलो और जाना है। BBC चढ़ती कला टाइम्स, हाँ देखो बाजवा ਡੇਲੀ ਹੁਕਮ ਸਰ ਇੱਦਾਂ ਹੈ ਕਿ ਬਿਲਕੁਲ ਹੁਣ ਤੁਸੀਂ ਬਜਟ ਜਿਹੜਾ ਪੇਸ਼ ਕੀਤਾ ਸੀਗਾ, ਬਿਲਕੁਲ ਇਹ ਕਿਹਾ ਸੀ, ਲੱਗ ਰਿਹਾ ਕਿ ਵੀ ਚੁਣਾਵੀ ਬਜਟ ਪੇਸ਼ ਕੀਤਾ ਗਿਆ। ਸਾਲ ਇੱਕ ਰਹਿ ਗਿਆ, ਸਾਲ ਕੁਛ ਮਹੀਨੇ ਰਹਿ ਗਏ ਕਿ ਤੁਹਾਡੀ ਇਲੈਕਸ਼ਨ ਦੁਬਾਰਾ ਆ ਰਹੀ ਹੈ ਵਿਧਾਨ ਸਭਾ ਦੀ। ਅਕਾਲੀ ਦਲ ਦਾ ਜਿਹੜਾ ਚੱਲਦਾ ਪਿਆ ਅਲਾਇੰਸ, ਜਿਵੇਂ ਕਿ ਵੀ BSP ਨਾਲ ਕਰਨਾ ਚਾਹੁੰਦੇ ਨੇ, ਔਰ ਜਿਹੜੀ ਆਪਾਂ ਕਿਸ ਇਸ਼ੂ ਨੂੰ ਲੈ ਕੇ ਜਿਹੜੇ ਅਲੱਗ-ਅਲੱਗ ਪੋਲੀਟਿਕਲ ਕਿਸਾਨ ਅੰਦੋਲਨ ਚੱਲ ਰਿਹਾ, ਸਮੀਕਰਨ ਚੇਂਜ ਹੋ ਰਿਹਾ, ਉਹ ਪੂਰੇ ਹਾਲਾਤ ਦੇਖਦੇ ਹੋਏ ਕਿਹੜਾ 2 ਮੇਜਰ ਇਸ਼ੂ ਨੂੰ ਲੈ ਕੇ ਤੁਸੀਂ ਇਲੈਕਸ਼ਨ ਦੇ ਵਿੱਚ ਕੁੱਦੋਗੇ ਜਾਂ ਜਾਓਗੇ? ਆ ਕੇ ਕਿਹੜੇ 2 ਇਸ਼ੂ ਨੇ ਜਿਨ੍ਹਾਂ 'ਚ ਤੁਸੀਂ ਲੋਕਾਂ ਨੂੰ, ਤਾਂ ਕਿ ਤੁਸੀਂ ਜਿਹੜੀ ਆਮ ਚਰਚਾ ਹੈ ਕਿ ਦੁਬਾਰਾ ਸਰਕਾਰ ਤੇ ਰਿਪੀਟ ਕਰ ਸਕਦੀ ਹੈ, ਉਹ ਕਿਹੜੇ 2 ਜਾਂ 3 ਮੇਜਰ ਕਾਰਨ ਹੈ ਜਿਨ੍ਹਾਂ ਨੂੰ ਤੁਸੀਂ ਦਾਅਵਾ ਕਰਦੇ ਹੋ ਕਿ ਸਰਕਾਰ ਤੁਹਾਡੀ ਰਿਪੀਟ ਕਰੇਗੀ? ਵੈਲ ਦੇਖੋ, ਗੱਲ ਇਹ ਸਾਡੀ ਪਰਫਾਰਮੈਂਸ ਕਿਸੇ ਨੇ ਹਿੰਦੁਸਤਾਨ 'ਚ ਅੱਜ ਤੱਕ ਆਪਣੀ ਮੈਨੀਫੈਸਟੋ ਕੰਪਲੀਟ ਨਹੀਂ ਕੀਤੀ। ਮੈਂ ਤੁਹਾਨੂੰ ਦੱਸਿਆ ਚੰਦਰ ਬਾਬੂ ਨਾਇਡੂ ਇਜ਼ ਦ ਮੈਕਸਿਮਮ ਇਜ਼ ਰੀਚ, ਉਹ 81% ਉਹਨੇ ਰੀਚ ਕੀਤਾ ਸੀ ਆਫ ਮੈਨੀਫੈਸਟੋ। ਅਸੀਂ 85-86% ਤੇ ਪਹੁੰਚ ਗਏ, ਐਂਡ ਅਸੀਂ ਬਾਈ ਦੀ ਐਂਡ ਆਫ ਦਿਸ ਈਅਰ ਨਵਾਂ ਬਜਟ ਤਾਂ ਹੁਣੀ ਆਇਆ, we will go right up to the top 100%। I hope we will set a new record for Punjab। So performance से भी लोग performance देखते हैं ना, performance and management, and I think we are heading things well। देखो मैं एक गल तुहानूं कहना चाहुंदा है, मैं साडी बिगेस्ट अचीवमेंट जो हुई है साडे पंजाब 'ਚ ਉਹ है ਅਸੀਂ पंजाबियत ਨੂੰ बरकरार रखिया। ਅਸੀਂ कदे गड़बड़ नहीं होने ਦਿੱਤੀ ਇੱਥੇ, कोई कम्यूनल टेंशन नहीं आने ਦਿੱਤੀ, और चाहे गुआढ़ी जो मर्जी करी जाए, जुत्तियां उन्होंने ही पैणगियां, सानू नहीं कुछ होना, असी नहीं कुछ उन्होंने होने देना। इत्थे बॉर्डर सिक्योरिटी फोर्स बैठी है, असी बैठे हैं, साडे पिछे फौज बैठी है, इन्होंने पता लग जाऊगा ਜਿਹੜੇ गड़बड़ करते हैं। सो दैट इज़ वॉट पीपल वॉन्ट। की चाहते हैं लोग चाहते हैं शांति, लोग चाहते हैं कि शांति के माहौल के विच उन्होंने बिजनेस चले, वो आप चलन, उन्होंने घर बच्चे बुच्चे पलन, एंड दैट मेरा ख्याल सब तो वड्डी अचीवमेंट मेरी सरकार की यह है कि असी पंजाबियत नूं बरकरार रखिया। ब्राइट एक्सप्रेस पंजाब, दैनिक जागरण, सर मैं इंद्रप्रीत है जी, दैनिक जागरण तो। सर मेरा एक सवाल तीनों खेती कानूनों ਨੂੰ ਲੈ ਕੇ ਹੀ ਉਹਦੇ ਨਾਲ ਹੀ ਰਿਲੇਟਡ ਹੈ। ਮੇਰਾ ਸਵਾਲ ਇਹ ਹੈ ਕਿ ਜਿਹੜੇ 3 ਖੇਤੀ ਕਾਨੂੰਨ ਗਵਰਨਮੈਂਟ ਆਫ ਇੰਡੀਆ ਲੈ ਕੇ ਆਈ ਹੈ, ਉਹ ਇਹ ਕਹਿ ਰਹੇ ਕਿ ਇਹ ਰਿਫਾਰਮਸ ਨੇ ਐਗਰੀਕਲਚਰ ਲਈ, ਕਿਉਂਕਿ ਪੁਰਾਣੇ ਕਾਨੂੰਨਾਂ ਨਾਲ ਤਾਂ ਕਿਸਾਨੀ ਸੰਕਟ ਕੋਈ ਠੀਕ ਨਹੀਂ ਹੋਇਆ ਸੀ, ਇਹ ਨਵੇਂ ਲੈ ਕੇ ਆਏ ਹਾਂ ਤੇ ਸ਼ਾਇਦ ਇਹਦੇ ਨਾਲ ਠੀਕ ਹੋ ਜਾਏ। ਪਰ ਮੇਰਾ ਸਵਾਲ ਇਹ ਹੈ ਕਿ
अगर वो और क्योंकि पंजाब सरकार तो लगातार इसका विरोध ही कर रही है और उन्होंने संशोधित कानून भी पास अपने करते हैं, ऑलरेडी पंजाब सरकार ਦਾ ਜਿਹੜਾ ਫਾਰਮਰ ਕਮਿਸ਼ਨ ਹੈ ਉਹਨੇ ਰਿਫਾਰਮਸ ਐਗਰੀਕਲਚਰ 'ਚ ਲਿਆਉਣ ਵਾਸਤੇ ਖੇਤੀ ਨੀਤੀ ਆਪਣੀ 2 ਸਾਲ ਪਹਿਲਾਂ ਤੁਹਾਨੂੰ ਦੇਤੀ ਹੈ, ਪਰ ਉਹ 2 ਸਾਲਾਂ 'ਚ ਹਜੇ ਤੱਕ ਉਸ 'ਤੇ ਕੁਝ ਵੀ ਨਹੀਂ ਹੋਇਆ। ਕੀ ਪਾਰਟੀ ਔਰ ਸਰਕਾਰ ਦੇ ਵਿੱਚ ਉਹਨੂੰ ਲੈ ਕੇ ਕੋਈ ਡਿਫਰੈਂਸ ਹੈ ਕਿ ਉਹਨੂੰ ਲਾਗੂ ਨਹੀਂ ਕੀਤਾ ਜਾ ਰਿਹਾ, ਨਾ ਹੀ ਉਹ ਵਿਧਾਨ ਸਭਾ 'ਚ ਅਜੇ ਤੱਕ ਰੱਖੀ ਗਈ ਹੈ? I don't think any farmers commission. I don't think that. I don't. There is no difference of opinion कि पार्टी और साडी गवर्नमेंट ते कोई difference opinion नहीं। ਅਸੀਂ ਤਾਂ ਜੋ ਸਾਡੇ ਕਿਸਾਨਾਂ ਵਾਸਤੇ ਬਿਹਤਰ ਹੈ and which is within our resources ਅੱਜ ਅਸੀਂ ਉਹਨੂੰ ਕਰਨ ਨੂੰ ਤਿਆਰ ਹੈ। 100% ਪ੍ਰਾਇੋਰਟੀ ਸਾਡੀ ਐਗਰੀਕਲਚਰ ਹੈ and ਪ੍ਰਾਇੋਰਟੀ ਅਸੀਂ ਐਗਰੀਕਲਚਰ ਰੱਖਾਂਗੇ ਹੀ ਹਰ ਵੇਲੇ। ਸਰ ਹਜੇ ਤੱਕ ਉਹ ਜਿਹੜੀ ਕਮਿਸ਼ਨ ਦੀ ਰਿਪੋਰਟ ਹੈਗੀ ਉਸ ਤੇ 2 ਸਾਲ ਹੋ ਚੁੱਕੇ ਆ ਉਹਨੂੰ ਆਏ ਨੂੰ, ਉਸ ਤੇ ਨਾ ਤਾਂ ਵਿਧਾਨ ਸਭਾ ਹੋਈ ਹੈ ਨਾ ਹੀ ਸਰਕਾਰ ਨੇ ਉਸ ਤੇ ਕੋਈ ਐਕਸ਼ਨ ਲਿਆ। ਰਿਪੋਰਟਸ ਹਰ ਚੀਜ਼ ਦੇ ਆਉਂਦੀਆਂ ਨੇ, ਰਿਪੋਰਟਸ ਕਮ ਔਨ ਐਵਰੀ ਇਸ਼ੂ। ਕੁਐਸਚਨ ਇਜ਼ ਕਿ ਪਾਰਟੀ ਹੈਜ਼ ਟੂ ਸਿਟ ਕਿ ਕਿਹੜਾ ਐਲੀਮੈਂਟ ਉਸ ਰਿਪੋਰਟ ਦਾ ਅਸੀਂ ਲੈ ਸਕਦੇ ਹਾਂ। ਜਿੱਥੇ ਤਾਈਂ ਫॉर ਇੰਸਟੈਂਸ ਯੂ ਹੈਵ ਦ ਕੇਸ ਆਫ ਡਾਈਵਰਸੀਫਿਕੇਸ਼ਨ ਕਿਹਨੇ ਪਹਿਲਾਂ ਚੱਕਿਆ ਸੀ? ਜਦੋਂ ਮੈਂ ਐਗਰੀਕਲਚਰ ਮਿਨਿਸਟਰ ਸੀ ਪੰਜਾਬ ਦਾ 1985 ਮੈਂ ਹੀ ਚੱਕਿਆ ਸੀ। I was the one who brought Pepsi Cola in. I was the one who started that tomato project ਜਿਹੜਾ ਪੈਪਸੀ ਉਹ ਕਰ ਰਹੇ ਸੀ ਉੱਥੇ ਹੁਸ਼ਿਆਰਪੁਰ ਦੇ ਕੋਲ। ਉਹ ਸਭ ਕੁਝ ਇਟ ਵਾਸ ਪਾਰਟ ਆਫ ਅ ਰਿਪੋਰਟ ਆਫ ਦ ਐਗਰੀਕਲਚਰ ਪ੍ਰੋਗਰੈਸ। ਹੁਣ ਜਿਹੜੀ ਫਾਰਮਰ ਕਮਿਸ਼ਨ ਨੇ ਰਿਪੋਰਟ ਭੇਜੀ ਹੈ ਉਹਦੇ 'ਚੋਂ ਚੁਣ ਕੇ ਜੋ ਸਾਡੀ ਕਪੈਸਿਟੀ ਹੈ ਔਰ ਜੋ ਅਸੀਂ ਕਰਨਾ ਚਾਹੁੰਦੇ ਵਿਲ ਡੂ ਇਟ। ਅਸੀਂ ਪਾਣੀ ਦੇਖਣਾ, ਵੀ ਹੈਵ ਟੂ ਪ੍ਰੀਜ਼ਰਵ ਵਾਟਰ। ਅਗਰ ਉਹਦੇ ਰਿਪੋਰਟ ਦੇ ਵਿੱਚ ਕੋਈ ਹਿੱਸਾ ਹੈ ਜਿਹਦੀ ਪ੍ਰੈਜ਼ਰਵੇਸ਼ਨ ਆਫ ਵਾਟਰ ਹੈ ਅਸੀਂ ਉਹ ਕਰਾਂਗੇ। ਵਾਟ ਐਵਰ ਵੀ ਕੈਨ ਵਿਦਿਨ ਆਰ ਜਿਹੜੇ resources. दैनिक सवेरा। हेलो सीएम साहब, हेलो सीएम साहब, मैं नरेश शर्मा दैनिक सवेरा तो। सर मेरा कि जिस तरह पंजाब की जी फिजिकल जी पोजीशन है वो बड़ी पिछले 4 साल काफ़ी हो रही है, क्योंकि ना थोड़ा जोड़ा अपना ਰੈਵਨਿਊ ਕਾਫੀ ਜਨਰੇਟ ਨਹੀਂ ਹੋ ਸਕਿਆ। ਇਸ ਵਾਰੀ ਜਿਹੜੀ ਤੁਹਾਡੇ ਮਨਪ੍ਰੀਤ ਸਿੰਘ ਬਾਦਲ ਹੈ ਉਹਨਾਂ ਨੇ ਪ੍ਰੈਸ ਕਾਨਫਰੰਸ ਆਪਣਾ ਬਜਟ ਪੇਸ਼ ਕਰਨ ਤੋਂ ਬਾਅਦ ਇੱਕ ਗੱਲ ਕੀ ਹੈ ਕਿ ਵੀ ਅਗਲੀ ਵਾਰ ਸਾਡੀ ਸਰਕਾਰ ਆਉਂਦੀ ਹੈ ਕਿ ਮੈਂ ਫਾਈਨਾਂਸ ਮਿਨਿਸਟਰ ਨਹੀਂ ਬਣਾਂਗਾ। ਕੀ ਕਾਰਨ ਹੈ ਕਿ ਉਹ ਫਾਈਨਾਂਸ ਮਿਨਿਸਟਰ ਬਣਨ ਤੋਂ ਹੱਥ ਖੜੇ ਕਰ ਗਏ ਨੇ? That is Manapreet Badal to decide. That is for us to decide. Whoever the chief minister, he will decide who is the best man for the job of finance minister. And I can tell you today, he is a good finance minister. नहीं, पर वो कह रहे हैं कि मैं नहीं बनाऊंगा, नेक्स्ट टाइम फाइनेंस मिनिस्टर नहीं बनाऊंगा। प्लीज डोंट आर्ग्यू, क्वेश्चन का जवाब दीजिए। मैं ਤੁਹਾਨੂੰ ਦੱਸਦਾ ਕਿ ਜੋ ਅਸੀਂ ਫੈਸਲਾ ਕਰਾਂਗੇ the government will, the party will decide who will be the finance minister. ਚੜ੍ਹਦੀ ਕਲਾ। Thank you, sir. This is Harpreet Singh, ਚੜ੍ਹਦੀ ਕਲਾ ਟਾਈਮ ਟੀਵੀ। ਸਰ ਜਿਵੇਂ ਬੱਲੀ ਸਾਹਿਬ ਨੇ ਕਿਹਾ ਵੀ ਸੈਂਟਰਲਾਈਜ਼ ਪਾਵਰ ਜਿਹੜੀ ਹੈ ਗਵਰਨਮੈਂਟ ਆਪਣੇ ਕੋਲ ਬਹੁਤ ਲੈ ਰਹੀ ਹੈ, ਦੂਜੇ ਪਾਸੇ ਪੰਜਾਬ ਦੇ ਉੱਤੇ ਇਕਨੋਮਿਕਲੀ ਰਿਸਟ੍ਰੇਨ ਬਹੁਤ ਹੈ ਸਰ। ਇਨ ਦਿਸ ਸਿਚੁਏਸ਼ਨ ਸਾਡੀਆਂ ਮੰਡੀਆਂ ਵੀ ਖਤਮ ਹੋ ਰਹੀਆਂ ਤੇ ਹੋਰ ਬੜਾ ਕੁਝ ਖਤਮ ਹੋ ਰਿਹਾ। ਦੂਜੇ ਪਾਸੇ ਤੁਹਾਡੇ ਪਲਾਨਸ ਵੀ ਬੜੇ ਜ਼ਬਰਦਸਤ ਨੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ, ਤੇ ਹਾਊ ਇਕਨੋਮਿਕਲੀ ਪੰਜਾਬ ਇਜ਼ ਗੋਇੰਗ ਟੂ ਸਰਵਾਈਵ? ਵਾਟ ਆਰ ਦ ਪਾਲਿਸੀਜ਼ ਵੇਅਰ ਵੀ ਕੈਨ ਗੈਟ ਦ ਇਨਕਮ to spend? Finance Commission has helped us out greatly this year. Our resource base is much better, and revenue is increasing. Industrial revenue will increase. Your liquor industry is increasing. Your sand, everything put together. हर बूंद नाली बाल्टी भरी जाती है ना. So this is going up and up and up at the moment. So he has estimated and calculated, and I think ਜਿਹੜਾ ਕੁਝ ਅਸੀਂ proposal ਦਿੱਤੀਆਂ ਨੇ, it is based on realistic assumptions. ਅਸੀਂ ਜਿਹੜੀ realistic assumptions ਕੀਤੀਆਂ ਨੇ ਕਿ ਇੰਨਾ ਸਾਡਾ ਰਿਸੋਰਸ ਬੇਸ ਵੱਧਦਾ ਹੈ, ਉਹਦੇ ਬੇਸਿਸ 'ਤੇ ਅਸੀਂ ਫਾਈਨੈਂਸ ਮਿਨਿਸਟਰ ਐਂਡ ਦੀ ਗਵਰਨਮੈਂਟ ਇਹਦੇ 'ਤੇ ਫੈਸਲੇ ਕੀਤੇ ਨੇ। दैनिक ट्रिब्यून।
morning, sir. This is Rajmeet from Tribune. So I want you to take to one of the poll promises you made in 2013 regarding paying 2,500 rupees. I can't hear, beta, can. So this is Rajmeet. Is okay now? Yeah. So you had made a poll promise giving rupees 2,500 to unemployed youths in Punjab. So we want on that issue now. So what is that? That is a commitment we have made. But you know, when we made that commitment, you know, the situation was different. Last 1 year we have been totally in the doldrums. Even now we are in the recovery process. I have already said one thing to you, that when I go back to the people at the end of this government, we will go back after having completed all our promises. Hindustan Times. Navneet Sharma from Hindustan Times. Hanji. Sir, I have two small questions. One is that in the State Assembly, several MLAs, including some of your own party colleagues, they talked about EVMs and they wanted to return to ballot papers. What's your view on that? EVM, certain MLAs wanted EVM to be scrapped and back to ballot papers. I don't know about certain MLAs. I certainly wanted it. I had got taken when this EGM, at that time Manor Gill was the election commission. I fabricated one of these boxes, ballot boxes, and I took it to the election commission, and with a delayed chip and all in it. And I said, press whatever you want. So the members were all sitting there, and they pressed Congress, Akali Dal, whatever else they pressed over there. And I said, now after 15 minutes, I said, please open it. It was the same. They said, देखो यही press किया हमने. मैंने कहा, now wait another 15 minutes. When they then opened it, everything had gone to Congress. So my point of saying is that in this electronic age, when anything can be done, why are the electronic advanced countries not doing this? Why is Japan not having it? Why have they got paper ballots? Why has Sweden got paper ballots? Why has UK got paper ballots? Everyone has got paper ballots. Why don't you understand? Because they know that these things can be fudged. So therefore, why are we going ahead with this? We should go back to paper ballots. I'm totally in support of this, and I was one of the first people to raise this, I think whenever it came 20 years ago or something like that. And my second question is, in your manifesto, you talked about 50% reservation for local youth by investors. So are you going to implement that promise? Compulsory recruitment. Look, some states have done it. Haryana has done it. I think Himachal has done it, and something we haven't yet sat down to do. But whatever we have committed in our manifesto, we will certainly go into this and we will do something on that. So you are for local reservation? No, I am not for that. It is for my party to decide. I believe India is for everyone. That is my belief, that India is open to every Indian citizens. And if this is in our manifesto, I will certainly have a look at it. But I don't, it's not in our manifesto. It's not in our manifesto. Amrinder Singh stands for India for Indians. Indians for India, let's put it that way. Huffington Post. India News Punjab. I'd like to just add a bit which I've just said to my, who is it? Navneet. One thing I just like to add. There is no state in India where Punjabis are not flourishing, where they're doing a great job. And if they are, you just name it and they're there. Even Andaman Islands, they're there. Everywhere they're there. And if we start cutting down and start regionalizing like this, we will suffer. And that doesn't mean, I believe generally that India should be, it's one country and we can go anywhere. And I'm against some things which have been done here. For instance, no Punjabi or anybody else can buy land in Himachal Pradesh. Why? We have every right. Nobody's stopping Himachalis to come and buy in Punjab.
Why are you stopping us there? Kashmir, they are not allowing us to go. Rajasthan doesn't allow us to go. You are regionalizing too much. This is not a good thing. ਕੈਪਟਨ ਸਾਹਿਬ ਮੇਰਾ ਸਵਾਲ ਖੇਤੀ ਕਾਨੂੰਨਾਂ ਨੂੰ ਲੈ ਕੇ ਹੈ। ਪੰਜਾਬ ਵਿਧਾਨ ਸਭਾ 'ਚ ਜਿਹੜੇ 3 ਕਾਨੂੰਨਾਂ ਨੂੰ ਨੈਗੇਟ ਕਰਨ ਵਾਸਤੇ ਬਿੱਲ ਪਾਸ ਕੀਤੇ ਗਏ ਉਹ ਅੰਡਰ ਕੰਸੀਡਰੇਸ਼ਨ ਹੈ ਹਾਲੇ ਵੀ। ਪੰਜਾਬ ਗੌਰਮੈਂਟ ਦਾ ਸਟੈਪ ਕੀ ਹੈ ਜੀ ਅਗਲਾ, ਕਿਉਂਕਿ ਉਹ ਕਾਫੀ ਟਾਈਮ ਹੋ ਗਿਆ ਉਸ ਚੀਜ਼ ਨੂੰ ਲੈ ਕੇ। Now this is another point. Are we a democracy or not? If we are a democracy and a system which is working, a constitution which is working, which gives certain powers to the states and certain powers to centers, और पंजाब फैसला करता है, साड़ी विधान सभा यूनानिमसली फैसला करती है कि असी वो कानून रद्द करते हैं और ये कानून जिहड़े हैं असी नवे असी बनाने हैं, और वो सारिਆਂ ने जाके गवर्नर साहब नूं ये हैंड ओवर कीते ने जो बिल पास कीता सीगा यूनानिमसली। गवर्नर साहब हैज़ नो बिजनेस टू सिट ऑन दैट फाइल। ਉਹਨਾਂ ਦੀ ਡਿਊਟੀ ਬਣਦੀ ਹੈ ਕਿ ਰਾਸ਼ਟਰਪਤੀ ਜੀ ਨੂੰ ਫਾਰਵਰਡ ਕਰਨ ਅੰਡਰ ਸੈਕਸ਼ਨ 254(2). ਇਟ ਇਜ਼ ਹਿਸ ਡਿਊਟੀ ਟੂ ਸੈਂਡ ਇਟ ਟੂ ਦ ਪ੍ਰੈਜ਼ੀਡੈਂਟ ਐਂਡ ਦ ਪ੍ਰੈਜ਼ੀਡੈਂਟ ਅੰਡਰ 254(2) ਵਿਲ ਡਿਸਾਈਡ whether he rejects it or not. If he rejects it, I will go to the Supreme Court. If he passes it, very good. And it's been passed before. ਜਦੋਂ ਗੁਜਰਾਤ ਗਵਰਨਮੈਂਟ ਨੇ ਸੈਂਟਰਲ ਬਿੱਲ ਦਾ ਕੋਈ ਅਪੋਜ਼ ਕੀਤਾ ਸੀਗਾ, ਉਦੋਂ मुखर्जी प्रणब मुखर्जी साढ़े प्रेजिडेंट से, और उन्होंने अपना बिल पास करके अंडर 254(2) जेटली ने उन्होंने कहा कि तुसी 254(2) करो। वो रस्ता फिर आया। द प्रेजिडेंट गेव कंसेंट टू द गुजरात बिल अगेंस्ट हिज ओन बिल इन पार्लियामेंट। सो मेरा मतलब इट हैज़ बीन यूज्ड, इट्स अ ट्राइड एंड टेस्टेड, इट्स अ कॉन्स्टिट्यूशनल मैटर, and constitution they should have done accordingly. Besides that, I want to also say on these agriculture bills, they say it's a constitutional matter. Whom constitution ne pass ki thi. Constitution has been changed 100 and something times. Why can't you change it once more? Bring a new discussion with the farmers. किसानां नाल बैठो, उन्हां नाल गलबात करो और नवा बिल लेके आओ। Why are you sitting on prestige, ego and prestige? That is all. कानून खराब करी जाने उसे। I mean, आबहवा सूबे दी। India Today. जगबानी। ਕੈਪਟਨ ਸਾਹਿਬ ਰਮਨਜੀਤ ਸਿੰਘ ਜਗਬਾਣੀ ਤੋਂ। ਹਾਂਜੀ ਜਾਖੜ ਸਾਹਿਬ ਤੁਹਾਡੇ ਨਾਲ ਬੈਠੇ ਨੇ ਜੀ, ਔਰ 2000 ਦੇ ਇਲੈਕਸ਼ਨ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਬਹੁਤ ਮੇਜਰ ਮੂਵਮੈਂਟ ਚਲਾਈ ਸੀਗੀ ਪਾਵਰ ਪਲਾਂਟਸ ਦੇ ਇਸ਼ੂ ਨੂੰ ਲੈ ਕੇ, ਉਹਨਾਂ ਦੇ ਐਗਰੀਮੈਂਟਸ ਨੂੰ ਲੈ ਕੇ। ਉਸ ਇਸ਼ੂ ਤੇ ਸਰਕਾਰ 4 ਸਾਲ ਹੋ ਗਏ ਨੇ, ਕੁਝ ਅੱਗੇ ਵੱਧ ਨਹੀਂ ਪਾਈ। ਇਹਦੇ ਬਾਰੇ ਕੁਝ 1 ਸਾਲ ਰਹਿ ਗਿਆ, ਕੁਝ ਕਰ ਰਹੇ ਹੋ ਜੀ? Purchase agreements you're talking about, whether these are going to be finished or not. Power purchase agreements are all legal documents. ਅਸੀਂ ਉਹਨਾਂ ਨੂੰ ਪਾਵਰ ਪਰਚੇਸ ਐਗਰੀਮੈਂਟਾਂ ਨੂੰ ਅਸੀਂ ਐ ਬੈਠੇ ਬੈਠੇ ਨਹੀਂ ਰੱਦ ਕਰ ਸਕਦੇ। ਦੇ ਵਿਲ ਟੇਕ ਅਸ ਟੂ ਦ ਸੁਪਰੀਮ ਕੋਰਟ ਵਿਲ ਹੋਲਡ ਅਸ ਫਿਟ। ਸੋ ਵੀ ਹੈਵ ਟੂ ਲੁੱਕ ਇਹਨੂੰ ਕੈਸੇ ਕਰ ਸਕਦੇ ਹਾਂ ਇਸ ਇਸ਼ੂ ਨੂੰ, ਕੰਸੀਡਰਿੰਗ ਦੀ ਰਿਕੁਆਇਰਮੈਂਟ ਆਫ ਪਾਵਰ ਜਿਹੜੇ ਸਾਡੇ ਕੋਲ ਸਾਡੀ ਲੋੜ ਹੈ ਇਸ ਵੇਲੇ। ਐਂਡ ਗਵਰਨਮੈਂਟ ਦੇ ਵਿੱਚ ਮੇਰੇ ਕੋਲ ਸਿਰਫ 3 ਪਾਵਰ ਪਲਾਂਟਸ ਨੇ which are very small power plants and their production is not effective. एक तो लेरा मोहब्बत है, एक इधर रोपड़ है, and then one more. दो power plants है मेरे को। बाकी all the power is coming या तो national grid तो या इन्हां दे जेडे power plants इत्थे लगे ने। So this is not an easy thing to do. You just wipe out. They are offering us a power plant. Somebody is saying कि तुम खरीद लो पंजाब government. I said how much do you buy it for? कहते 10,000 crore. Where are we going to get 10,000 crore to buy a power plant of? So we have to see if we are going to finish them off and as power plant agreements ਅਸੀਂ ਰੱਦ ਕਰਨੀਆਂ ਨੇ, then we should be prepared for a battle in which Punjab will have to pay something like 30 to 40,000 crore for these 4 units. ਕਰ ਸਕਦੇ ਆਪਾਂ ਜਾਂ ਨਹੀਂ? This is what we have to see. Living India News. ਸਤਿ ਸ਼੍ਰੀ ਅਕਾਲ ਸੀਐਮ ਸਾਹਿਬ। ਇੱਕ ਖੇਤੀ ਕਾਨੂੰਨਾਂ ਨੂੰ ਲੈ ਕੇ ਜੋ ਸਾਰੀਆਂ ਚੀਜ਼ਾਂ ਨੇ, ਪਰ ਇਸ ਦੇ ਵਿਚਕਾਰ ਇੱਕ ਫੂਡ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਵੀ ਜਿਹੜਾ ਸਿੱਧੀ ਅਦਾਇਗੀ ਜਿਹੜੀ ਕਹਿੰਦੇ ਨੇ ਕਿ ਕਿਸਾਨਾਂ ਦੇ ਖਾਤੇ 'ਚ ਕਰਾਂਗੇ, KYC ਕੰਪਲੀਟ ਕਰੇ, ਉਸ ਨੂੰ ਲੈ ਕੇ ਸਰਕਾਰ ਦਾ ਸਟੈਂਡ ਕੀ ਹੈ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਫੈਸਲੇ ਨੂੰ ਲੈ ਕੇ? I am not for that.
मैं कह दिता है कि असी जिथे ताई डायरैक्ट पेमेंट है बिल्कुल मैं वो बरखिलाफ है। एक रिश्ता है एक किसानी का और आड़तियां का, और वो रिश्ता कायम होना चाहिए। आड़तीए औखी घड़ी एक किसानों की मदद चाहते हैं, एंड मदद किसान नूं तुसीं पुछ लो भी खुश होगा इस तरीके नाल, क्योंकि किन्ने किसान ने जिहड़े अपनी जमीन बाउंदे ने, लोगों की जमीनां ठेके ते लित्तियां होईयां ने उन्होंने। हाउ डू दे डील दैन, कैसे करेंगे तुसीं? जब तुसीं उतों डायरैक्ट फार्मर्स नूं देओगे, तुसीं देओगे जिहदी जमीन खड़ी है उत्थे, जिहदे नां है जमीन, और दूजे पासे वो काश्तकारी कर रहा कोई होर बेचारा गरीब, उन्होंने तो पैसे आने नहीं। तो इट्स ए वेरी कॉम्प्लीकेटेड मैसेज। मेरा ख्याल दिल्ली नूं तो कोई समझ नहीं कि हाउ द एग्रीकल्चर सिस्टम वर्क्स। अनफॉर्चुनेट गल है, मैं ये बिल्कुल हक च नहीं है। आई थिंक द आड़तिया सिस्टम इज़ अ वेरी ट्राइड सिस्टम फॉर नियरली 100 ईयर्स, 100 साल हो गए ने जब तो आड़तीए चल रहे हैं इत्थे, एंड वो सिस्टम चल रहा, क्यों तुसीं खत्म कर रहा चाहते हो? थैंक यू। NDTV News 18 ਸਤਿ ਸ਼੍ਰੀ ਅਕਾਲ ਸਰ, ਕੀ ਹਾਲ? ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਇੱਕ ਸਵਾਲ ਹੈ ਕਿ 3 ਖੇਤੀ ਲੈ ਕੇ 22 ਜਨਵਰੀ ਨੂੰ ਕੇਂਦਰ ਅਤੇ ਕਿਸਾਨਾਂ ਦੇ ਵਿਚਾਲੇ ਆਖਰੀ ਗੱਲਬਾਤ ਹੋਈ ਸੀ। ਕਿਸਾਨ ਅੜੇ ਹੋਏ ਨੇ ਕਿ ਕਾਨੂੰਨ ਰੱਦ ਕਰਵਾ ਕੇ ਵਾਪਸ ਆਵਾਂਗੇ, ਸਰਕਾਰ ਕਹਿ ਰਹੀ ਕਾਨੂੰਨ ਰੱਦ ਨਹੀਂ ਹੋਣਗੇ। ਵਿਚਲਾ ਕੋਈ ਰਾਹ ਨਜ਼ਰ ਆ ਰਿਹਾ? ਇੱਕ ਸਵਾਲ ਮੇਰਾ। देखो मैनू तो कोई राह नहीं नज़र आ रहा। पंजाब इज़ वेरी क्लीयर, असी ये तीनों नूं रद्द कर बैठे हैं। असैम्बली हैज़ यूनैनिमसली, देखो कला कला MLA अपने बंदियां नूं रिप्रजेंट करता है अपने हल्किਆਂ नूं, एंड 100% पंजाब ये रिप्रजेंट होया है विधान सभा च, और मैनू कोई नहीं आता। मैं सिर्फ इक्को ही मेरी रिक्वेस्ट है गवर्नमेंट नूं कि तुसीं इन्हां नूं रद्द करो, किसानां नाल बैठो, नवे कानून बना के पास करो। दिस इज़ जस्ट अ प्रेस्टीज इशू, नथिंग एल्स। एक बार तुसीं नवे कानून बना दोगे, पास हो जाएंगे, सारे खुश हो जाएंगे। पर तुसीं बैठे हो कि असी पास किया हुण असी पिछे नहीं हटना, दैट इज़ ईगो, दैट इज़ प्रेस्टीज। इहदा क्या फायदा होएगा? बेचारे उत्थे गरीब बैठे ने, बजुर्ग बैठे ने, बीबियां बैठी ने, बच्चे बैठे ने, किन्ने मरवाने ने तुसीं? 112 तो मेरे पंजाब दे मर गए ने। सर एक कोविड ਨੂੰ ਲੈ ਕੇ ਸਖਤੀ ਆਉਣ ਵਾਲੇ ਦਿਨਾਂ 'ਚ ਨਜ਼ਰ ਆਏਗੀ, ਲੇਕਿਨ ਸਿਆਸੀ ਰੈਲੀਆਂ ਜਿਹੜੀਆਂ ਹੋਣਗੀਆਂ, ਸਿਆਸੀ ਰੈਲੀਆਂ ਤੇ ਵੀ ਕੋਈ ਕੰਟਰੋਲ ਕੀਤਾ ਜਾਏਗਾ? ਕਿਉਂਕਿ ਸਭ ਤੋਂ ਜ਼ਿਆਦਾ ਇਕੱਠ ਹੁੰਦਾ ਔਰ ਸੁਖਬੀਰ ਬਾਦਲ ਵੀ ਕਰੋਨਾ ਪੋਜ਼ਿਟਿਵ ਹੋ ਗਏ। नो आई एम सॉरी, सुखबीर नूं होया। मैं कल उन्होंने टैलीफोन परसों राती टैलीफोन किया जब मैनू खबर आई सी कि कैन वी हैल्प इन द मैडिकल थिंग, कुछ कर सकते हैं असी कुछ। ये तो साड़ी ह्यूमैनिटेरियन ड्यूटी बनती है कि कोई बीमार होए उन्होंने हेल्प करो। एंड ही वो सैड नहीं, मैं सम हॉस्पिटल इन फोर्टिस मेदांता उस जब मैं गल की थी और ही वाज सिटिंग इन फोर्टिस, उतों फिर चले गए मेरा ख्याल मेदांता। आई होप ही रिकवर्स, एंड आई होप साढ़े तो बहुत बंदे ने। माई मिनिस्टर्स आर डाउन, माई फाइनेंस मिनिस्टर इज डाउन, माई सुख सरकारिया जी इज़ डाउन, माई MLAs आर डाउन, मेरे ऑफिसर्स आर डाउन, मेरे अपने तेजवीर वॉज डाउन, मेरा उन MP सिंह इज़ डाउन, एवरी वन इज़ डाउन। दिस इज़ गोइंग स्प्रेडिंग फास्ट।